युद्ध शुरू होया, युद्ध की शुरुआत हुई, खबरां पहलां ही आनियां शुरू हो गई सी कि रशिया ते यूक्रेन दे विच तनाव दा माहौल पैदा हो रहा है ते युद्ध हो सकता है। तुहानूं अंदेशा हो गया सी कि युद्ध हो के रहेगा ते किवें तुहानूं ये अंदेशा होया किवें? ਕਿਤੇ ਨਾ ਕਿਤੇ ਦਿਲ ਨਹੀਂ ਸੀ ਮੰਨਦਾ ਕਿ ਇਹ ਸਾਰੀਆਂ ਚੀਜ਼ਾਂ ਹੋਣਗੀਆਂ, ਬਟ ਪ੍ਰੋਬਲਮ ਇਹ ਹੈ ਕਿ ਜਦੋਂ ਗ੍ਰਹਿ ਚਾਲ ਬਦਲਦੀ ਹੈ ਤੇ ਉਸ ਵੇਲੇ ਕੀ ਹੁੰਦਾ ਹੈ ਕਿ ਜੋ ਚੀਜ਼ਾਂ ਨਹੀਂ ਹੁੰਦੀਆਂ ਉਹ ਹੋ ਕੇ ਹੀ ਰਹਿੰਦੀਆਂ ਨੇ। कि ये युद्ध रुक सकता है या फिर ये वर्ल्ड वॉर 3 का रुख ले सकता है? बहुत सारे बच्चे ਜਿਹੜੇ ਉੱਥੇ ਸਟੱਡੀ ਕਰ ਰਹੇ ਸੀ ਉਹਨਾਂ ਦੀ ਪੜ੍ਹਾਈ ਹੁਣ ਖਤਮ ਹੋ ਰਹੀ ਸੀ ਔਰ ਕੁਝ ਹੀ ਮਹੀਨੇ 2-3 ਮਹੀਨੇ ਦੇ ਕਈਆਂ ਦੇ ਕੋਰਸਿਸ ਰਹਿ ਗਏ ਸਨ, ਕਈਆਂ ਦਾ ਫਿਊਚਰ ਹੁਣ ਸਟੇਕ ਤੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੇ ਮਨ ਵਿੱਚ ਵੱਡਾ ਸਵਾਲ ਹੈ ਕਿ ਕੀ ਬਣੇਗਾ ਹੁਣ ਉਹਨਾਂ ਦੇ ਫਿਊਚਰ ਦਾ? ਜਿਸ ਤਰ੍ਹਾਂ ਹੀ ਰਾਹੂ ਇਹ ਆਪਣੀ ਇਹ ਵਾਲੀ ਰਾਸ਼ੀ ਛੱਡ ਕੇ ਅਗਲੀ ਰਾਸ਼ੀ ਜਾਏਗਾ ਤੇ ਬਹੁਤ ਸਾਰੀ ਕਲੀਅਰਿਟੀਜ਼ ਹੋਣਗੀਆਂ, ਬਹੁਤ ਸਾਰੇ ਡਿਸੀਜਨ ਮੇਕਿੰਗ ਕੀਤੀਆਂ ਜਾਣਗੀਆਂ, ਯਾਨੀ ਕਿ ਯੂਕਰੇਨ ਵਾਸਤੇ ਵੀ ਜਾਂ ਬਾਕੀ ਸਾਰੀ ਚੀਜ਼ਾਂ ਵਾਸਤੇ ਵੀ। ਉਹਦੇ ਵਿੱਚ ਇਹਨਾਂ ਬੱਚਿਆਂ ਵਾਸਤੇ ਵੀ ਕੋਈ ਨਾ ਕੋਈ ਸਟੈਪ ਜ਼ਰੂਰ ਲਿੱਤੇ ਜਾਣਗੇ, ਬਿਕੋਜ਼ ਕੰਟਰੀ ਇਹਨਾਂ ਦੇ ਫਿਊਚਰ ਨੂੰ ਇਸ ਤਰ੍ਹਾਂ ਨਹੀਂ ਛੱਡ ਪਾਏਗੀ। ਕਿ ਯੂਕਰੇਨ ਇੰਨਾ ਸੰਕਟ ਝੇਲਣ ਤੋਂ ਬਾਅਦ ਵੀ ਇਨ ਫਿਊਚਰ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਦੁਬਾਰਾ ਤੋਂ ਬਣ ਪਾਏਗਾ? ਛੋਟੀ ਜੀ ਗੱਲ ਹੈ ਕਿ ਜਦੋਂ ਕਿਸੇ ਚੀਜ਼ ਨੂੰ ਤੋੜਿਆ ਜਾਂਦਾ ਹੈ ਨਾ, ਤੇ ਜਦੋਂ ਉਹਨੂੰ ਦੁਬਾਰਾ ਉਸਾਰਿਆ ਜਾਂਦਾ ਉਹ ਇੱਕ ਬੈਟਰ ਚੀਜ਼ ਬਣ ਕੇ ਸਾਹਮਣੇ ਆਉਂਦੀ ਹੈ। ਗ੍ਰਹਿ ਜੋ ਮਰਜ਼ੀ ਕਰ ਲੈਣ, ਲੇਕਿਨ ਪ੍ਰਾਰਥਨਾ ਉਹ ਸਾਰੀ ਚੀਜ਼ਾਂ ਨੂੰ ਟਾਲ ਸਕਦੀ ਹੈ। ਸੋ ਮੈਂ ਇਹੀ ਕਹੂੰਗੀ ਕਿ ਮਿਲ ਕੇ ਅਸੀਂ ਪ੍ਰਾਰਥਨਾ ਕਰੀਏ ਕਿ ਯੁੱਧ ਟਲ ਜਾਏ, ਸੋ ਦੈਟ ਕਿ ਜਿੰਨੇ ਲੋਕ ਇੰਨੇ ਉੱਥੇ ਮਰ ਰਹੇ ਨੇ ਉਹ ਨਾ ਮਰਨ, ਜਾਂ ਜੋ ਵੀ ਪ੍ਰੋਬਲਮਸ ਸਾਡੇ ਪੂਰੇ ਦੇ ਪੂਰੇ ਵਰਲਡ ਨੂੰ ਕੌਨਸੀਕੁਐਂਸਿਸ ਭੁਗਤਣੇ ਪੈਣਗੇ, ਉਹ ਸਾਡੀ ਜੇ ਪ੍ਰਾਰਥਨਾਵਾਂ ਦੇ ਨਾਲ ਟਲ ਜਾਣ ਤੇ ਇਹ ਤੋਂ ਵੱਡੀ ਹੋਰ ਕੀ ਗੱਲ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਿਸ਼ਾ ਸੇਠੀ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸੋਸ਼ਲ ਦਿਸ਼ਾ ਚੈਨਲ ਤੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਰਸ਼ੀਆ ਤੇ ਯੂਕਰੇਨ ਦੇ ਵਿਚਕਾਰ ਚੱਲ ਰਹੇ ਯੁੱਧ ਦੇ ਉੱਤੇ, ਤੇ ਹਰ ਕਿਸੇ ਦੇ ਮਨ ਵਿੱਚ ਇਹੀ ਇੱਕ ਵੱਡਾ ਖਿਆਲ ਹੈ ਕਿ ਆਖਿਰ ਇਸ ਯੁੱਧ ਦਾ ਪਰਿਣਾਮ ਕੀ ਹੋਣ ਵਾਲਾ ਹੈ। ਦੇਸ਼ ਤੇ ਦੁਨੀਆ 'ਚ ਬੈਠੇ ਬਹੁਤ ਸਾਰੇ ਜੋਤਿਸ਼ ਵਿਦਵਾਨਾਂ ਵੱਲੋਂ ਵੀ ਇਸ ਯੁੱਧ ਨੂੰ ਲੈ ਕੇ ਕਈ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਵੀ ਮਸ਼ਹੂਰ ਐਸਟ੍ਰੋਲੋਜਰ ਰੂਪਾਲੀ ਬੱਤਰਾ ਜੀ ਵੱਲੋਂ ਵੀ ਇੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ 5 ਤੋਂ 6 ਤਰੀਕ ਦੇ ਵਿੱਚ ਇਹ ਯੁੱਧ ਰੁਕ ਜਾਂਦਾ ਹੈ ਤਾਂ ਠੀਕ, ਨਹੀਂ ਤਾਂ ਪੂਰੀ ਦੁਨੀਆ ਨੂੰ ਵੱਡੇ ਪਰਿਣਾਮ ਭੁਗਤਨੇ ਪੈ ਸਕਦੇ ਨੇ। ਇਸ ਬਾਰੇ ਅਸੀਂ ਹੋਰ ਚਰਚਾ ਕਰਾਂਗੇ, ਰੂਪਾਲੀ ਜੀ ਨਾਲ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਰੂਪਾਲੀ ਬੱਤਰਾ ਜੀ ਸਾਡੇ ਚੈਨਲ 'ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਯੁੱਧ ਸ਼ੁਰੂ ਹੋਇਆ, युद्ध की शुरुआत हुई, खबरां पहलां ही आनियां शुरू हो गई सी कि रशिया ते यूक्रेन दे विच तनाव दा माहौल पैदा हो रहा है ते युद्ध हो सकता है। तुहानूं अंदेशा हो गया सी कि युद्ध हो के रहेगा ते किवें तुहानूं ये अंदेशा होया किवें? देखो, युद्ध एक बहुत वड्डी चीज़ है अज कल दे सिविलाइज्ड वर्ल्ड विच असी रह रहे हैं। मेरा ख्याल है कि कोई भी नहीं चाहेगा, कोई भी कंट्री नहीं चाहेगी कि कोई युद्ध होवे, क्योंकि ਉਹਦੇ ਕੌਨਸੀਕੁਐਂਸਿਸ ਸਿਰਫ ਉਹਨਾਂ ਦੇਸ਼ਾਂ ਨੂੰ ਨਹੀਂ ਬਲਕਿ ਪੂਰੇ ਦੇ ਪੂਰੇ ਵਰਲਡ ਨੂੰ ਭੁਗਤਣੇ ਪੈਂਦੇ ਨੇ। ਤੇ ਉਹ ਕਿਤੇ ਨਾ ਕਿਤੇ ਦਿਲ ਨਹੀਂ ਸੀ ਮੰਨਦਾ ਕਿ ਇਹ ਸਾਰੀਆਂ ਚੀਜ਼ਾਂ ਹੋਣਗੀਆਂ, ਬਟ ਪ੍ਰੋਬਲਮ ਇਹ ਹੈ ਕਿ ਜਦੋਂ ਗ੍ਰਹਿ ਚਾਲ ਬਦਲਦੀ ਹੈ ਤੇ ਉਸ ਵੇਲੇ ਕੀ ਹੁੰਦਾ ਹੈ ਕਿ ਜੋ ਚੀਜ਼ਾਂ ਨਹੀਂ ਹੁੰਦੀਆਂ ਉਹ ਹੋ ਕੇ ਹੀ ਰਹਿੰਦੀਆਂ ਨੇ। ਮਤਲਬ ਸਾਡਾ ਦਿਲ ਜੋ ਮਰਜ਼ੀ ਚਾਹੇ ਜਾਂ ਰੂਲਸ ਐਂਡ ਰੈਗੂਲੇਸ਼ਨ ਵਰਲਡ ਵਿੱਚ ਜਿੰਨੇ ਮਰਜ਼ੀ ਬਣੇ ਹੋਣ, ਬਟ ਜੋ ਪ੍ਰੋਬਲਮਸ ਹੁੰਦੀਆਂ ਹੈ ਉਹ ਹੋ ਕੇ ਹੀ ਰਹਿੰਦੀਆਂ ਹਨ। ਅਤੇ ਇਸ ਕਰਕੇ ਜਦੋਂ ਇਹ ਸਾਰੀ ਡਿਸਟਰਬੈਂਸ ਹੋਈ ਅਤੇ ਮੈਂ ਵੀ ਇੱਕ ਹੋਰੋਸਕੋਪ ਬਣਾਇਆ, ਅਤੇ ਉਸ ਹਿਸਾਬ ਨਾਲ ਜਦੋਂ ਜਿਹੜਾ ਮੰਗਲ ਦਾ ਕੈਪਰੀਕੌਨ ਯਾਨੀ ਕਿ ਮਕਰ ਰਾਸ਼ੀ ਵਿੱਚ ਐਂਟਰੈਂਸ ਸੀ, ਉਹ ਕਿਤੇ ਨਾ ਕਿਤੇ ਸੰਭਾਵਨਾਵਾਂ ਦਿਖਾ ਰਿਹਾ ਸੀਗਾ ਜੀ। ਅਤੇ ਜਿਵੇਂ ਕਿ ਹੁਣ ਰਸ਼ੀਆ ਬਿਲਕੁਲ ਨਹੀਂ ਚਾਹੁੰਦਾ ਕਿ ਯੂਕਰੇਨ ਦੀ ਸਪੋਰਟ ਵਿੱਚ ਕੋਈ ਵੀ ਆਏ, ਅਤੇ ਨਾਟੋ ਦੇਸ਼ ਜਿਹੜੇ ਨੇ ਉਹ ਯੂਕਰੇਨ ਨੂੰ ਸਹਾਰਾ ਦੇਣਾ ਚਾਹੁੰਦੇ ਨੇ, ਹਾਲਾਂਕਿ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਤੁਹਾਨੂੰ ਕੀ ਲੱਗਦਾ ਹੈ ਕਿ ਜੇ ਉਹਨਾਂ ਵੱਲੋਂ ਸਹਾਰਾ ਦਿੱਤਾ ਜਾਂਦਾ ਹੈ, ਜੇ ਬਾਕੀ ਦੇ ਦੇਸ਼ ਯੂਕਰੇਨ ਦੀ ਸਪੋਰਟ ਵਿੱਚ ਅੱਗੇ ਆਉਂਦੇ ਨੇ, ਤਾਂ ਕੀ ਇਹ ਯੁੱਧ ਰੁਕ ਸਕਦਾ ਹੈ ਜਾਂ ਫਿਰ ਇਹ ਵਰਲਡ ਵੌਰ 3 ਦਾ ਰੁਖ ਲੈ ਸਕਦਾ ਹੈ? ਦੇਖੋ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਕਿ ਜਿਹੜਾ ਹੋਰੋਸਕੋਪ ਬਣਾਇਆ ਗਿਆ, ਦੇਖੋ ਹੋਰੋਸਕੋਪ ਕਿਸੇ ਦੇਸ਼ ਦਾ ਨਹੀਂ ਬਣਾਇਆ ਜਾ ਸਕਦਾ, ਬਿਕੋਜ਼ ਉਹਨਾਂ ਦੀ ਟਾਈਮ ਆਫ ਬਰਥ ਸਾਰੀ ਚੀਜ਼ਾਂ ਨਹੀਂ ਹੁੰਦੀਆਂ ਨੇ, ਡੇਟ ਆਫ ਬਰਥ ਨਹੀਂ ਹੁੰਦੀਆਂ ਨੇ। ਅਤੇ
ਇੱਕ ਅੱਜ ਦੇ ਟ੍ਰਾਂਜ਼ਿਟ ਯਾਨੀ ਕਿ ਪ੍ਰਸ਼ਨ ਕੁੰਡਲੀ ਦੇ ਉੱਤੇ ਬਣਾਇਆ ਜਾਂਦਾ ਹੈ। ਅਤੇ ਜੇ ਅੱਜ ਆਪਾਂ ਪ੍ਰਸ਼ਨ ਕੁੰਡਲੀ ਦੇਖਦੇ ਹਾਂ ਤੇ ਮਕਰ ਰਾਸ਼ੀ ਦੇ ਵਿੱਚ ਸ਼ਨੀ ਨੇ, ਅਤੇ 26 ਫਰਵਰੀ ਨੂੰ ਮੰਗਲ ਜੋ ਹੈ ਉਹ ਵੀ ਉਸੀ ਰਾਸ਼ੀ ਵਿੱਚ ਪਹੁੰਚ ਗਏ ਨੇ। ਅਤੇ ਸ਼ਨੀ ਦੇ ਮੰਗਲ ਦਾ ਇਕੱਠੇ ਹੋਣਾ, ਜਾਂ ਇਹਨੂੰ ਜੋ ਯੁਕਤੀ ਕਹਿੰਦੇ ਆਪਾਂ ਆਪਣੀ ਐਸਟ੍ਰੋਲੋਜੀ ਦੀ ਲੈਂਗੁਏਜ ਵਿੱਚ, ਇਹਨਾਂ ਦੀ ਜਿਹੜੀ ਯੁਕਤੀ ਹੋਈ ਉਹ ਕਿਤੇ ਨਾ ਕਿਤੇ ਇਸ ਯੁੱਧ ਨੂੰ ਦਰਸਾ ਰਹੀ ਸੀ, ਜਿਹਦੇ ਨਾਲ ਕਿ ਇਹ ਸੰਕੇਤ ਲੱਗੇ ਸੀਗੇ ਕਿ ਯੁੱਧ ਹੋਏਗਾ। ਠੀਕ ਹੈ, ਅਤੇ ਹੁਣ ਕਿਉਂਕਿ ਇਹਨਾਂ ਦੇ ਨਾਲ ਸ਼ੁੱਕਰ ਵੀ ਬੈਠੇ ਨੇ ਅਤੇ ਜਿਹੜੇ ਬੁੱਧ ਵੀ ਬੈਠੇ ਨੇ, ਅਤੇ ਇਹ ਇੱਕ ਅੱਛੇ ਜਿਹੜੇ ਮੰਨੇ ਜਾਂਦੇ ਨੇ ਪਲੈਨਟਸ ਮੰਨੇ ਜਾਂਦੇ ਨੇ। ਅਤੇ ਮੈਨੂੰ ਜਿੱਥੇ ਤੱਕ ਇਹ ਲੱਗ ਰਿਹਾ ਮੇਰੀ ਸਟੱਡੀ ਦੇ ਹਿਸਾਬ ਨਾਲ ਕਿ ਜੇ 5-6 ਤਰੀਕ ਤੱਕ ਕੋਈ ਫੈਸਲਾ ਹੁੰਦਾ ਹੈ ਜਾਂ ਰੂਸ ਬੈਕ ਸਟੈਪ ਕਰਦਾ ਹੈ, ਯਾਨੀ ਕਿ ਰਸ਼ੀਆ ਬੈਕ ਸਟੈਪ ਕਰਦਾ ਹੈ, ਜੋ ਕਿ ਲੱਗਦਾ ਹੈ ਕਿ ਚਾਂਸਿਸ ਬਣ ਰਹੇ ਨੇ ਕਿ ਉਹ ਬੈਕ ਸਟੈਪ ਕਰੇਗਾ, ਕਿਤੇ ਨਾ ਕਿਤੇ ਕੋਈ ਕੰਪਰੋਮਾਈਜ਼ ਹੋਏਗਾ, ਫਿਰ ਤੇ ਇਹ ਯੁੱਧ ਜ਼ਰੂਰ ਹਟ ਜਾਏਗਾ, ਮਤਲਬ ਯਾਨੀ ਕਿ ਟਲ ਜਾਏਗਾ। ਬਟ ਇਨ ਕੇਸ ਇਹ ਦਿਨ ਨਿਕਲ ਜਾਂਦੇ ਨੇ ਅਤੇ ਇਹਨਾਂ ਦਿਨਾਂ 'ਚ ਇਹੋ ਜਿਹਾ ਕੋਈ ਚੀਜ਼ ਨਹੀਂ ਹੁੰਦੀ ਹੈ, ਅਤੇ ਜਿਹੜਾ ਮੰਗਲ ਹੈ ਉਹ ਆਪਣੀ ਰਾਸ਼ੀ ਪਰਿਵਰਤਨ ਕਰ ਰਿਹਾ 7 ਅਪ੍ਰੈਲ ਨੂੰ। ਠੀਕ ਹੈ, ਅਤੇ ਦੈਟ ਮੀਨਸ ਕਿ 7 ਅਪ੍ਰੈਲ ਤੱਕ ਇਹ ਡਿਸਟਰਬੈਂਸ ਜਿਹੜੀ ਹੈ ਉਹ ਚੱਲੇਗੀ। ਬਿਲਕੁਲ। ਇੱਕ ਹੋਰ ਗੱਲ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਬਹੁਤ ਸਾਰੇ ਜਿਹੜੇ ਕਿ ਬੱਚੇ ਨੇ ਲੋਕ ਤਾਂ ਉੱਥੋਂ ਇਵੈਕੂਏਟ ਹੋਏ ਹੀ ਨੇ। ਭਾਰਤੀ ਬਹੁਤ ਸਾਰੇ ਬੱਚਿਆਂ ਨੂੰ ਹੁਣ ਇਵੈਕੂਏਟ ਕਰ ਦਿੱਤਾ ਗਿਆ ਹੈ, ਦੇਸ਼ ਵਾਪਸ ਆ ਚੁੱਕੇ ਨੇ ਬਹੁਤ ਸਾਰੇ ਬੱਚੇ। ਲੇਕਿਨ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਦ ਵੀ ਉਹ ਮੀਡੀਆ ਨਾਲ ਗੱਲਬਾਤ ਕਰਦੇ ਨੇ, ਚਿੰਤਾ ਜ਼ਾਹਿਰ ਕਰਦੇ ਨੇ, ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਉੱਥੇ ਸਟੱਡੀ ਕਰ ਰਹੇ ਸੀ, ਉਹਨਾਂ ਦੀ ਪੜ੍ਹਾਈ ਹੁਣ ਖ਼ਤਮ ਹੋ ਰਹੀ ਸੀ, ਔਰ ਕੁਛ ਹੀ ਮਹੀਨੇ 2-3 ਮਹੀਨੇ ਦੇ ਕਈਆਂ ਦੇ ਕੋਰਸਿਸ ਰਹਿ ਗਏ ਸਨ, ਕਈਆਂ ਦਾ ਫਿਊਚਰ ਹੁਣ ਸਟੇਕ 'ਤੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੇ ਮਨ ਵਿੱਚ ਵੱਡਾ ਸਵਾਲ ਹੈ ਕਿ ਕੀ ਬਣੇਗਾ ਹੁਣ ਉਹਨਾਂ ਦੇ ਫਿਊਚਰ ਦਾ? ਹਾਲਾਂਕਿ ਯੂਕਰੇਨ ਦੇ ਵੀ ਆਪਣੇ ਸਟੂਡੈਂਟਸ ਨੇ, ਚਲੋ ਉਹਨਾਂ 'ਤੇ ਇੱਕ ਨੁਕਸਾਨ ਇੱਕ ਵੱਡਾ ਆਇਆ ਹੈ, ਲੇਕਿਨ ਹੁਣ ਚਿੰਤਾਜਨਕ ਨੇ ਉਹ ਬੱਚੇ ਜਿਹੜੇ ਭਾਰਤੀ ਬੱਚੇ ਨੇ। ਇੱਕ ਪਰਸਨਲ ਸਵਾਲ, ਅਸੀਂ ਇਸ ਦੇਸ਼ ਦੇ ਵਾਸੀ ਹਾਂ ਅਤੇ ਉਹਨਾਂ ਬੱਚਿਆਂ ਦੀ ਚਿੰਤਾ ਇੱਕ ਜਿਹੜੀ ਆ ਉਹ ਤੁਹਾਡੇ ਅੱਗੇ ਮੈਂ ਰੱਖੀ ਹੈ। ਦੇਖੋ, ਜਦੋਂ ਇੰਨੀ ਵੱਡੀ ਆਪਦਾ ਸਾਡੇ ਉੱਤੇ ਪੈਂਦੀ ਹੈ ਨਾ, ਤਾਂ ਉਸ ਵੇਲੇ ਇੱਕੋ ਕੁਐਸਚਨ ਸਭ ਤੋਂ ਪਹਿਲੇ ਹੁੰਦਾ ਹੈ ਕਿ ਜਾਨ ਹੈ ਅਤੇ ਜਹਾਨ ਹੈ। ਠੀਕ ਹੈ, ਉਹਨਾਂ ਦੀ ਜ਼ਿੰਦਗੀ ਬਚੇਗੀ ਤਾਂ ਜ਼ਿੰਦਗੀ ਹੋਏਗੀ ਤਾਂ ਅਸੀਂ ਜ਼ਿੰਦਗੀ 'ਚ ਬਹੁਤ ਕੁਝ ਕਰ ਲਵਾਂਗੇ। ਨੋ ਡਾਊਟ ਕਿ ਇਸ ਵੇਲੇ ਜਿੱਦਾਂ ਮੈਂ ਚਾਰਟ ਦੇਖ ਵੀ ਰਹੀ ਹਾਂ, ਅਤੇ ਰਾਹੂ ਦੀ ਦ੍ਰਿਸ਼ਟੀ ਵੀ ਇਸੀ ਰਾਸ਼ੀ ਦੇ ਉੱਤੇ ਪ੍ਰੋਪਰ ਪੈ ਰਹੀ ਹੈ। ਅਤੇ ਜਿਹੜਾ ਰਾਹੂ ਹੁੰਦਾ ਹੈ ਉਹ ਇਲਿਊਜ਼ਨਸ ਯਾਨੀ ਕਿ ਫੌਗ, ਯਾਨੀ ਕਿ ਇੱਕ ਧੁੰਦਲਾਪਨ ਕਿਸੇ ਵੀ ਚੀਜ਼ ਨੂੰ ਸ਼ੋਅ ਕਰਦਾ ਹੈ, ਜੋ ਕਿ ਵੌਰ ਵਾਸਤੇ ਵੀ ਇੱਕ ਹੈ ਕਿ ਇਹ ਜਿੱਦਾਂ ਤੁਸੀਂ ਅੱਜ ਕੁਐਸਚਨਸ 'ਤੇ ਪੁੱਛ ਰਹੇ ਹੋ, ਬਿਕੋਜ਼ ਇੱਕ ਧੁੰਦਲਾਪਨ ਹੈ। ਜਿਸ ਤਰ੍ਹਾਂ ਹੀ ਰਾਹੂ ਆਪਣੀ ਇਹ ਵਾਲੀ ਰਾਸ਼ੀ ਛੱਡ ਕੇ ਅਗਲੀ ਰਾਸ਼ੀ ਜਾਏਗਾ, ਅਤੇ ਬਹੁਤ ਸਾਰੀ ਕਲੀਅਰਿਟੀਜ਼ ਹੋਣਗੀਆਂ, ਬਹੁਤ ਸਾਰੇ ਡਿਸੀਜ਼ਨ ਮੇਕਿੰਗ ਕੀਤੀਆਂ ਜਾਣਗੀਆਂ, ਯਾਨੀ ਕਿ ਯੂਕਰੇਨ ਵਾਸਤੇ ਵੀ ਜਾਂ ਬਾਕੀ ਸਾਰੀ ਚੀਜ਼ਾਂ ਵਾਸਤੇ ਵੀ। ਉਹਦੇ ਵਿੱਚ ਇਹਨਾਂ ਬੱਚਿਆਂ ਵਾਸਤੇ ਵੀ ਕੋਈ ਨਾ ਕੋਈ ਸਟੈਪ ਜ਼ਰੂਰ ਲਿੱਤੇ ਜਾਣਗੇ, ਬਿਕੋਜ਼ ਕੰਟਰੀ ਇਹਨਾਂ ਦੇ ਫਿਊਚਰ ਨੂੰ ਇਸ ਤਰ੍ਹਾਂ ਨਹੀਂ ਛੱਡ ਪਾਏਗੀ। ਕਿ ਯੂਕਰੇਨ ਇੰਨਾ ਸੰਕਟ ਝੇਲਣ ਤੋਂ ਬਾਅਦ ਵੀ ਇਨ ਫਿਊਚਰ ਹੁਣ ਆਉਣ ਵਾਲੇ ਭਵਿੱਖ ਦੇ ਵਿੱਚ ਦੁਬਾਰਾ ਤੋਂ ਬਣ ਪਾਏਗਾ? ਦੇਖੋ, ਇੱਕ ਛੋਟੀ ਜਿਹੀ ਗੱਲ ਹੈ ਕਿ ਜਦੋਂ ਕਿਸੇ ਚੀਜ਼ ਨੂੰ ਤੋੜਿਆ ਜਾਂਦਾ ਹੈ ਨਾ, ਅਤੇ ਜਦੋਂ ਉਹਨੂੰ ਦੁਬਾਰਾ ਉਸਾਰਿਆ ਜਾਂਦਾ, ਉਹ ਇੱਕ ਬੈਟਰ ਚੀਜ਼ ਬਣ ਕੇ ਸਾਹਮਣੇ ਆਉਂਦੀ ਹੈ। ਠੀਕ ਹੈ, ਅਤੇ ਮੇਰਾ ਇਹ ਖਿਆਲ ਹੈ ਕਿ ਜੇ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ, ਅਤੇ ਯੂਕਰੇਨ ਇੱਕ ਕੰਟਰੀ ਹੈ, ਉਹ ਇੱਕ ਛੋਟੀ ਜਿਹੀ ਸਿਟੀ ਨਹੀਂ ਹੈ ਕਿ ਉਹ ਦੁਬਾਰਾ ਨਹੀਂ ਉਸਾਰਿਆ ਜਾਏਗਾ। ਅਫਕੋਰਸ ਉਸਾਰਿਆ ਜਾਏਗਾ, ਉਹ ਬਣੇਗਾ ਔਰ ਇੱਕ ਬੈਟਰ ਕੰਟਰੀ ਬਣ ਕੇ ਉਹ ਸਾਹਮਣੇ ਆਏਗਾ। ਇੱਕ ਤੁਹਾਡੇ ਤੋਂ ਹੋਰ ਗੱਲ ਜਾਣਨਾ ਚਾਹਾਂਗੀ ਕਿ ਸਾਡੀਆਂ ਸਾਰਿਆਂ ਦੀਆਂ ਪ੍ਰੇਅਰਸ ਜਿਹੜੀਆਂ ਨੇ ਉੱਥੇ ਦੇ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਨੇ। ਅਸੀਂ ਵੀ ਕਾਮਨਾ ਕਰਦੇ ਹਾਂ ਕਿ ਇਹ ਯੁੱਧ ਜਲਦੀ ਤੋਂ ਜਲਦੀ ਰੁਕ ਜਾਏ। ਕੀ ਪੋਜ਼ੀਟਿਵ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਕਿ ਲੋਕ ਆਪਣੀਆਂ ਪੋਜ਼ੀਟਿਵ ਵਾਈਬ੍ਰੇਸ਼ਨਸ ਕਿਸ ਤਰੀਕੇ ਦੇ ਨਾਲ ਪਹੁੰਚਾ ਸਕਣ ਉੱਥੋਂ ਦੇ ਲੋਕਾਂ ਲਈ? ਕਿਸ ਤਰ੍ਹਾਂ ਦੀ ਪ੍ਰਾਰਥਨਾ ਕਰ ਸਕਦੇ ਨੇ ਤਾਂ ਜੋ ਇਹ ਸੰਕਟ ਜਲਦੀ ਤੋਂ ਜਲਦੀ ਟਲੇ? ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਾਰਥਨਾ 'ਚ ਬਹੁਤ ਸ਼ਕਤੀ ਹੁੰਦੀ ਹੈ। ਦੇਖੋ, ਸਾਡਾ ਪੰਜਾਬੀਆਂ ਦਾ ਤਾਂ ਜੀ ਦਿਨ ਹੀ ਇੱਦਾਂ ਸ਼ੁਰੂ ਹੁੰਦਾ, ਪਰਮਾਤਮਾ ਦੇ ਨਾਮ ਤੋਂ ਸ਼ੁਰੂ ਹੁੰਦਾ, ਅਤੇ ਸਪਿਰਿਚੁਅਲਿਟੀ ਸਾਡੇ ਵਿੱਚ, ਬਲਕਿ ਮੈਂ ਪੰਜਾਬੀ ਯਾਨੀ ਕਿ ਪੂਰੇ ਇੰਡੀਆ ਵਿੱਚ ਹੀ ਇੰਨੀ ਫੈਲੀ ਹੋਈ ਹੈ, ਇੰਨੀ ਜ਼ਿਆਦਾ ਹੈ ਕਿ ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਘਰ ਵਾਸਤੇ ਜਾਂ ਆਪਣੇ ਬੱਚਿਆਂ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਪ੍ਰਾਰਥਨਾ ਕਰਦੇ ਹਾਂ, ਅਤੇ ਮੇਰੀ ਇੱਕ ਰਿਕੁਐਸਟ ਰਹੇਗੀ ਸਾਰਿਆਂ ਨੂੰ ਕਿ ਸਭ ਇੱਕ ਪ੍ਰਾਰਥਨਾ ਇਸ ਯੁੱਧ ਨੂੰ ਟਾਲਣ ਵਾਸਤੇ ਕਰੋ। ਅਤੇ ਦੇਖੋ,
ਪ੍ਰਾਰਥਨਾ ਵਿੱਚ ਨਾ ਬਹੁਤ ਜ਼ਿਆਦਾ ਸ਼ਕਤੀ ਹੁੰਦੀ ਹੈ। ਗ੍ਰਹਿ ਜੋ ਮਰਜ਼ੀ ਕਰ ਲੈਣ, ਲੇਕਿਨ ਪ੍ਰਾਰਥਨਾ ਉਹ ਸਾਰੀ ਚੀਜ਼ਾਂ ਨੂੰ ਟਾਲ ਸਕਦੀ ਹੈ। ਸੋ ਮੈਂ ਇਹੀ ਕਹੂੰਗੀ ਕਿ ਮਿਲ ਕੇ ਅਸੀਂ ਪ੍ਰਾਰਥਨਾ ਕਰੀਏ ਕਿ ਯੁੱਧ ਟਲ ਜਾਏ, ਸੋ ਦੈਟ ਕਿ ਜਿੰਨੇ ਲੋਕ ਇੰਨੇ ਉੱਥੇ ਮਰ ਰਹੇ ਨੇ ਉਹ ਨਾ ਮਰਨ, ਜਾਂ ਜੋ ਵੀ ਪ੍ਰੋਬਲਮਸ ਸਾਡੇ ਪੂਰੇ ਦੇ ਪੂਰੇ ਵਰਲਡ ਨੂੰ ਕੌਨਸੀਕੁਐਂਸਿਸ ਭੁਗਤਣੇ ਪੈਣਗੇ, ਉਹ ਸਾਡੀ ਜੇ ਪ੍ਰਾਰਥਨਾਵਾਂ ਦੇ ਨਾਲ ਟਲ ਜਾਣ ਤੇ ਇਹ ਤੋਂ ਵੱਡੀ ਹੋਰ ਕੀ ਗੱਲ ਹੋਏਗੀ। ਬਹੁਤ ਬਹੁਤ ਸ਼ੁਕਰੀਆ ਰੂਪਾਲੀ ਬੱਤਰਾ ਜੀ ਸਾਡੇ ਚੈਨਲ ਦੇ ਨਾਲ ਜੁੜਨ ਲਈ, ਤੇ ਤੁਹਾਡੇ ਸਾਰਿਆਂ ਨੂੰ ਵੀ ਅਪੀਲ ਹੈ ਕਿ ਆਪਣੇ ਘਰਾਂ ਵਿੱਚ ਬੈਠੇ ਪ੍ਰਾਰਥਨਾ ਕਰੋ, ਜਲਦ ਤੋਂ ਜਲਦ ਇਹ ਯੁੱਧ ਰੁਕੇ। ਮੈਂ ਹਾਂ ਦਿਸ਼ਾ ਸੇਠੀ, ਤੁਸੀਂ ਦੇਖਦੇ ਰਹੋ ਸੋਸ਼ਲ ਦਿਸ਼ਾ ਚੈਨਲ। ਬਹੁਤ ਬਹੁਤ ਧੰਨਵਾਦ।